ਸੁਰਾਂ ਦਾ ਸਿਕੰਦਰ ਸਰਦੂਲ ਸਿਕੰਦਰ ਪੰਜਾਬੀ ਲੋਕ ਗਾਇਕ ਅਤੇ ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤ ਅੱਜ ਅਲਵਿਦਾ ਕਹਿ ਤੁਰਿਆ। ਅੱਜ ਇਸ ਜਹਾਨ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਦੂਰ ਉਡਾਰੀ ਮਾਰ ਗਿਆ। ਆਓ ਜਾਣਦੇ ਹਾਂ ਇਸ ਮਹਾਨ ਫਨਕਾਰ ਦੀ ਜੀਵਨੀ ਬਾਰੇ ਜੋ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਸਰਦੂਲ ਸਿਕੰਦਰ ਜੀ ਦਾ ਜਨਮ ਮਸ਼ਹੂਰ ਤਬਲਾ ਵਾਦਕ ਸਾਗਰ ਮਸਤਾਨਾ ਜੀ ਦੇ ਘਰ ਹੋਇਆ, ਜੋ ਕਿ ਖੇੜੀ ਨੌਸਿੱਧ ਵਿਖੇ ਰਹਿੰਦੇ ਸਨ। ਸਰਦੂਲ ਸਿਕੰਦਰ ਜੀ 3 ਭਰਾ ਸਨ, ਗਮਦੂਰ ਸਿੰਘ, ਭਰਪੂਰ ਸਿੰਘ ਅਤੇ ਸਰਦੂਲ ਸਿੰਘ। 1980 ਦੇ ਦਸ਼ਕ ਦੇ ਵਿੱਚ ਸਰਦੂਲ ਸਿਕੰਦਰ ਜੀ ਨੇ ਰੋਡਵੇਜ਼ ਦੀ ਲਾਰੀ ਦੇ ਨਾਲ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਰੇਡੀਓ ਅਤੇ ਟੈਲੀਵਿਜ਼ਨ ਉੱਤੇ ਆਪਣੀ ਅਲੱਗ ਪਛਾਣ ਬਣਾਈ। ਉਹਨਾਂ ਦੀ ਗਾਈ ਹੋਈ ਰੋਡਵੇਜ਼ ਦੀ ਲਾਰੀ ਬਹੁਤ ਮਸ਼ਹੂਰ ਹੋਈ, ਜਿਹਨੂੰ ਕਿ ਉਹਨਾਂ ਨੇ ਅਲੱਗ-ਅਲੱਗ ਅਦਾਕਾਰਾਂ ਦੀਆਂ ਆਵਾਜ਼ਾਂ ਵਿੱਚ ਗਾਇਆ ਸੀ। ਜਲੰਧਰ ਦੂਰਦਰਸ਼ਨ ਦੇ ਉੱਤੇ ਪਹਿਲੀ ਵਾਰੀ ਅਜਿਹਾ ਕਾਰਨਾਮਾ ਕਿਸੇ ਪੰਜਾਬੀ ਗਾਇਕ ਨੇ ਕਰਕੇ ਵਿਖਾਇਆ ਸੀ। ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਵੀ ਰੋਡਵੇਜ਼ ਦੀ ਲਾਰੀ ਨੂੰ ਰਿਕਾਰਡ ਕੀਤਾ, ਜੋ ਕਿ ਬਹੁਤ ਮਕਬੂਲ ਹੋਈ। ਇਸ ਤੋਂ ਬਾਅਦ ਉਹਨਾਂ ਦੀ ਐਲਬਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਉਹਨਾਂ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਵਿੱਚ ਜੱਗਾ ਡਾਕੂ ਬਹੁਤ ਮਸ਼ਹੂਰ ਹੋਈ। ਸਰਦੂਲ ਸਿਕੰਦਰ ਜੀ ਨੇ ਆਪਣੇ ਸਰੋਤਿਆਂ ਦੀ ਝੋਲੀ ਦੇ ਵਿੱਚ 27 ਜ਼ਬਰਦਸਤ ਹਿੱਟ ਐਲਬਮਾਂ ਦਿੱਤੀਆਂ। ਉਹਨਾਂ ਦੀ ਇੱਕ ਐਲਬਮ ਹੁਸਨ ਦੇ ਮਾਲਕੋ, ਜੋ ਕਿ 1991 ਵਿੱਚ ਰਿਲੀਜ਼ ਹੋਈ ਸੀ, ਉਸ ਦੀਆਂ ਦੁਨੀਆ ਭਰ ਵਿੱਚ 5.1 ਮਿਲੀਅਨ ਕਾਪੀਆਂ ਵਿਕੀਆਂ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਸੀ। ਸਰਦੂਲ ਸਿਕੰਦਰ ਜੀ ਇੱਕ ਹਾਜ਼ਰ ਜਵਾਬੀ, ਬੇਹੱਦ ਸ਼ਾਂਤ ਸੁਭਾਅ ਦੇ ਮਾਲਕ ਸਨ। ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਦਿਨਾਂ ਦੇ ਵਿੱਚ ਇੱਕ HMV ਨਾਂ ਦੀ ਕੰਪਨੀ ਸੀ, ਜੋ ਕਿ ਮਿਊਜ਼ਿਕ ਇੰਡਸਟਰੀ ਵਿੱਚ ਐਲਬਮ ਰਿਲੀਜ਼ ਕਰਦੀ ਸੀ ਤੇ ਉਸ ਦਾ ਦਫ਼ਤਰ ਦਿੱਲੀ ਦੇ ਵਿੱਚ ਸਥਿਤ ਸੀਗਾ। ਉਹਨਾਂ ਦੇ ਦੋਸਤਾਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਨੂੰ ਦਿੱਲੀ ਭੇਜਿਆ ਤੇ ਦਿੱਲੀ ਤੋਂ ਸਵੇਰੇ 4 ਵਜੇ ਇੱਕ ਲੋਕਲ ਬੱਸ ਫੜਦੇ ਸਨ, ਜਿਸ ਦਾ ਕਿਰਾਇਆ ਬਹੁਤ ਘੱਟ ਸੀ। ਇਸ ਲਈ ਉਹਨਾਂ ਨੂੰ ਰਾਤ ਨੂੰ ਪਾਰਕਾਂ ਦੇ ਵਿੱਚ ਸੌਣਾ ਵੀ ਪੈਂਦਾ ਸੀ। ਪਾਰਕ ਵਿੱਚ ਸੌਣ ਕਰਕੇ ਕਈ ਵਾਰ ਕੱਪੜੇ ਲਿਬੜ ਜਾਂਦੇ ਸਨ ਤੇ ਉਹਨਾਂ ਨੂੰ ਦਫ਼ਤਰ ਦੇ ਗੇਟ ਵਿੱਚੋਂ ਹੀ ਬਾਹਰ ਕੱਢ ਦਿੱਤਾ ਜਾਂਦਾ ਸੀ, ਕਿਉਂਕਿ ਉਹਨਾਂ ਦਾ ਇੰਪ੍ਰੈਸ਼ਨ ਵਧੀਆ ਨਹੀਂ ਪੈਂਦਾ ਸੀ। ਕਈ ਵਾਰੀ ਅਜਿਹਾ ਹੋਇਆ ਤੇ ਉਹਨਾਂ ਨੂੰ ਕਈ ਵਾਰੀ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਕੁਝ ਦਿਨਾਂ ਬਾਅਦ ਸਰਦੂਲ ਜੀ ਦੁਬਾਰਾ HMV ਦੇ ਦਫ਼ਤਰ ਗਏ ਤੇ ਉੱਥੇ ਕਰਤਾਰ ਰਮਲਾ ਜੀ ਦਾ ਗਾਣਾ ਰਿਕਾਰਡ ਹੋ ਰਿਹਾ ਸੀ ਤੇ ਸਰਦੂਲ ਜੀ ਬਾਹਰ ਆਪਣਾ ਗਾਣਾ ਗੁਣਗੁਣਾ ਰਹੇ ਸਨ। ਉਹਨਾਂ ਦੀ ਆਵਾਜ਼ ਅੰਦਰ ਬੈਠੇ ਹੋਏ ਮਿਊਜ਼ੀਸ਼ੀਅਨਸ ਨੂੰ ਸੁਣਾਈ ਦਿੱਤੀ ਤੇ ਉਹਨਾਂ ਨੇ ਬਾਹਰ ਆ ਕੇ ਸਰਦੂਲ ਜੀ ਨਾਲ ਗੱਲ ਕੀਤੀ। ਸਰਦੂਲ ਜੀ ਬਹੁਤ ਘਬਰਾ ਗਏ ਕਿ ਪਤਾ ਨਹੀਂ ਮੇਰੇ ਨਾਲ ਕੀ ਸਲੂਕ ਕਰਨਗੇ, ਸ਼ਾਇਦ ਮੇਰੇ ਗਾਣੇ ਦੀ ਆਵਾਜ਼ ਦੇ ਨਾਲ ਇਹਨਾਂ ਨੂੰ ਡਿਸਟਰਬੈਂਸ ਹੋਈ ਹੋਵੇ। ਪਰ ਉਹਨਾਂ ਨੇ ਸਰਦੂਲ ਜੀ ਨੂੰ ਆਖਿਆ ਕਿ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਤੇ ਉਸ ਵੇਲੇ ਮਿਊਜ਼ੀਸ਼ੀਅਨਸ ਉਹਨਾਂ ਨੂੰ ਚਰਨਜੀਤ ਅਹੂਜਾ ਜੀ ਦੇ ਕੋਲ ਲੈ ਕੇ ਗਏ ਤੇ ਬਾਅਦ ਵਿੱਚ ਚਰਨਜੀਤ ਅਹੂਜਾ ਜੀ ਨੇ ਉਹਨਾਂ ਨਾਲ ਕਈ ਹਿੱਟ ਗਾਣੇ ਦਿੱਤੇ। ਸਰਦੂਲ ਜੀ ਦਾ ਸਫ਼ਰ ਸ਼ੁਰੂ ਹੋ ਗਿਆ। ਪੰਜਾਬੀ ਜਗਤ ਨੂੰ ਇੱਕ ਬੇਸ਼ਕੀਮਤੀ ਨਗੀਨਾ ਮਿਲਿਆ, ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਜੀ ਦੇ ਰੂਪ ਦੇ ਵਿੱਚ। ਅਲੱਗ-ਅਲੱਗ ਤਰ੍ਹਾਂ ਦੀ ਆਵਾਜ਼ਾਂ ਕੱਢਣ ਕਰਕੇ ਉਹ ਬਹੁਤ ਮਸ਼ਹੂਰ ਰਹਿੰਦੇ। ਇੱਕ ਵਾਰ ਦਾ ਹੋਰ ਕਿੱਸਾ ਹੈ, ਉਹਨਾਂ ਨੇ ਨਾਮੀ ਗੀਤਕਾਰ ਸ਼ਮਸ਼ੇਰ ਸੰਧੂ ਜੀ ਨੂੰ ਫੋਨ ਕੀਤਾ ਤੇ ਉਹਨਾਂ ਨੇ ਆਵਾਜ਼ ਵਿੱਚ ਬਦਲਾਵ ਕਰਕੇ ਸੁਰਿੰਦਰ ਸ਼ਿੰਦਾ ਬਣ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਸ਼ਮਸ਼ੇਰ ਸੰਧੂ ਜੀ ਨੂੰ ਆਖਣ ਲੱਗੇ ਕਿ ਹੁਣ ਤੂੰ ਸਾਡਾ ਖਿਆਲ ਨਹੀਂ ਰੱਖਦਾ, ਹੁਣ ਤਾਂ ਤੂੰ ਕਾਲੇ ਚਿੱਟਿਆਂ ਦੇ ਗਾਣੇ ਲਿਖਣ ਲੱਗ ਗਿਆ। ਤੇ ਮੋਰੇ ਸ਼ਮਸ਼ੇਰ ਸੰਧੂ ਜੀ ਬੋਲੇ ਕਿ ਚਿੱਟੇ ਦੇ ਕਾਲੇ ਤੋਂ ਮੈਨੂੰ ਸਮਝ ਨਹੀਂ ਲੱਗੀ ਤੇ ਉਹਨਾਂ ਨੇ ਆਖਿਆ ਚਿੱਟਾ ਜਿਹੜਾ ਹੰਸਰਾਜ ਜਲੰਧਰ ਵਾਲਾ ਤੇ ਉਹ ਕਾਲਾ ਜਿਹਾ ਜਿਹੜਾ ਸਰਦੂਲ ਸਿਕੰਦਰ। ਤਕਰੀਬਨ 5-6 ਮਿੰਟ ਦੀ ਗੱਲਬਾਤ ਵੀ ਹੋ ਚੁੱਕੀ ਸੀ, ਪਰ ਸ਼ਮਸ਼ੇਰ ਸੰਧੂ ਜੀ ਨੂੰ ਅੰਦਾਜ਼ਾ ਹੀ ਨਹੀਂ ਲੱਗਾ ਕਿ ਉਹ ਸਰਦੂਲ ਸਿਕੰਦਰ ਜੀ ਸਨ। ਬਾਅਦ ਦੇ ਵਿੱਚ ਉਹਨਾਂ ਨੇ ਹਾਸੇ ਵਿੱਚ ਗੱਲ ਟਾਲੀ ਤੇ ਕਬੂਲ ਕੀਤਾ ਕਿ ਮੈਂ ਸੁਰਿੰਦਰ ਸ਼ਿੰਦਾ ਨਹੀਂ, ਮੈਂ ਸਰਦੂਲ ਸਿਕੰਦਰ ਹੀ ਗੱਲ ਕਰ ਰਿਹਾ ਹਾਂ। ਪੰਜਾਬੀ ਇੰਡਸਟਰੀ ਦੇ ਵਿੱਚ, ਪੰਜਾਬੀ ਗਾਇਕੀ ਦੇ ਵਿੱਚ ਇੱਕ ਥੰਮ ਸੀ ਸਰਦੂਲ ਸਿਕੰਦਰ ਜੀ, ਜਿਨ੍ਹਾਂ ਨੂੰ ਹਰ ਵਰਗ ਦਾ ਇਨਸਾਨ ਸੁਣਨਾ ਚਾਹੁੰਦਾ ਸੀ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗਾਣੇ ਗਾਏ। ਪਰਿਵਾਰਕ ਮਾਹੌਲ ਦੇ ਵਿੱਚ ਸੁਣਨ ਵਾਲੇ, ਕਦੇ ਲੱਚਰ ਗਾਇਕੀ ਨੂੰ ਨਹੀਂ ਅਪਣਾਇਆ। ਉਹਨਾਂ ਦਾ ਵਿਆਹ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਅਮਨ ਨੂਰੀ ਜੀ ਨਾਲ 1993 ਵਿੱਚ ਹੋਇਆ। ਵਿਆਹ ਤੋਂ ਬਾਅਦ ਉਹਨਾਂ ਦੇ 2 ਬਹੁਤ ਹੀ ਖੂਬਸੂਰਤ ਬੱਚੇ ਅਲਾਪ ਸਿਕੰਦਰ ਤੇ ਸਾਰੰਗ ਸਿਕੰਦਰ ਹੋਏ।
ਜੋ ਕਿ ਮਿਊਜ਼ਿਕ ਇੰਡਸਟਰੀ ਨਾਲ ਹੀ ਜੁੜੇ ਹੋਏ ਹਨ। ਤਕਰੀਬਨ 2 ਸਾਲ ਪਹਿਲਾਂ ਸਰਦੂਲ ਜੀ ਨੂੰ ਕਿਡਨੀ ਦੀ ਪ੍ਰੋਬਲਮ ਹੋ ਗਈ ਤੇ ਉਹਨਾਂ ਦੀ ਧਰਮ ਪਤਨੀ ਅਮਨ ਨੂਰੀ ਜੀ ਨੇ ਉਹਨਾਂ ਨੂੰ ਕਿਡਨੀ ਡੋਨੇਟ ਕੀਤੀ। ਹੁਣ ਤਕਰੀਬਨ 1.5 ਮਹੀਨਾ ਪਹਿਲਾਂ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਗਈ ਸੀ। ਜਦੋਂ ਥੋੜੇ ਜਿਹੇ ਠੀਕ ਸਨ ਤੇ ਕਿਸਾਨੀ ਮੋਰਚੇ ਦਿੱਲੀ ਵਿੱਚ ਵੀ ਗਏ। ਉਸ ਤੋਂ ਬਾਅਦ ਉਹਨਾਂ ਨੂੰ ਫਿਰ ਐਡਮਿਟ ਕਰਨਾ ਪੈ ਗਿਆ। ਉਹਨਾਂ ਨੇ ਆਪਣੇ ਅੰਤਿਮ ਸਾਹ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਲਏ ਤੇ ਤਕਰੀਬਨ 60 ਸਾਲ ਦੀ ਉਮਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਛੱਡ ਕੇ ਚਲੇ ਗਏ। ਇੱਕ ਮਹਾਨ ਫਨਕਾਰ, ਇੱਕ ਦਰਵੇਸ਼ ਆਵਾਜ਼, ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਹਮੇਸ਼ਾ ਹੀ ਸਾਡੇ ਵਿੱਚ ਅਮਰ ਰਹਿਣਗੇ। ਉਹਨਾਂ ਦੇ ਗੀਤ ਹਮੇਸ਼ਾ ਹੀ ਸਾਡੇ ਕੰਨਾਂ ਵਿੱਚ ਗੂੰਜਦੇ ਰਹਿਣਗੇ। ਪਰਮਾਤਮਾ ਉਸ ਮਹਾਨ ਸ਼ਖਸੀਅਤ ਨੂੰ, ਉਸ ਮਹਾਨ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।